ਨਮਸਕਾਰ ਦੋਸਤੋ, ਅੱਜ ਅਸੀਂ ਪੰਜਾਬੀ ਟੀਚਿੰਗ ਮੈਥਡਸ ਤੋਂ ਸੰਬੰਧਿਤ 6ਵਾਂ ਪ੍ਰੈਕਟਿਸ ਸੈੱਟ ਹੱਲ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਪੰਜਾਬੀ ਟੀਚਿੰਗ ਮੈਥਡਸ ਤੋਂ ਸੰਬੰਧਿਤ 5 ਪ੍ਰੈਕਟਿਸ ਸੈੱਟ ਹੱਲ ਕਰ ਚੁੱਕੇ ਹਾਂ। ਤਾਂ ਇਹ ਹੈ ਸਾਡਾ 6ਵਾਂ ਪ੍ਰੈਕਟਿਸ ਸੈੱਟ। ਤਾਂ ਸ਼ੁਰੂ ਕਰਦੇ ਹਾਂ। ਇਸ ਸੈੱਟ ਦਾ ਪਹਿਲਾ ਪ੍ਰਸ਼ਨ, शुद्ध उच्चारण ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ। शुद्ध उच्चारण ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ। ਪਹਿਲਾ ਹੈ ਵਾਕ ਬਣਤਰ ਦਾ, ਦੂਜਾ ਹੈ ਧੁਨੀ ਵਿਗਿਆਨ ਦਾ, ਤੀਜਾ ਹੈ ਸ਼ਬਦ ਵਿਗਿਆਨ ਦਾ ਅਤੇ ਚੌਥਾ ਹੈ ਅਰਥ ਵਿਗਿਆਨ ਦਾ। ਤਾਂ ਬੱਚੇ ਨੂੰ शुद्ध ਉਚਾਰਨ ਦੇ ਲਈ ਧੁਨੀ ਵਿਗਿਆਨ ਦਾ ਗਿਆਨ ਦੇਣਾ ਚਾਹੀਦਾ ਹੈ। ਬੱਚੇ ਨੂੰ शुद्ध ਉਚਾਰਨ ਦੇ ਲਈ ਧੁਨੀ ਵਿਗਿਆਨ ਦਾ ਗਿਆਨ ਦੇਣਾ ਚਾਹੀਦਾ ਹੈ। ਦੂਜਾ ਪ੍ਰਸ਼ਨ ਹੈ, ਭਾਸ਼ਾ ਸਿੱਖਿਆ ਦੇ ਰਾਹ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ। ਭਾਸ਼ਾ ਸਿੱਖਿਆ ਦੇ ਰਾਹ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਪਹਿਲਾ ਹੈ ਭਾਸ਼ਾ ਨੂੰ ਉਸ ਦਾ ਯੋਗ ਸਥਾਨ ਨਹੀਂ ਦਿੱਤਾ ਜਾਂਦਾ। ਦੂਜਾ ਹੈ ਬੱਚੇ ਭਾਸ਼ਾ ਵਿੱਚ ਦਿਲਚਸਪੀ ਨਹੀਂ ਲੈਂਦੇ। ਤੀਜਾ ਹੈ ਅਧਿਆਪਕ ਨੂੰ ਵਿਆਕਰਣ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ। ਅਤੇ ਚੌਥਾ ਹੈ ਸ਼੍ਰੇਣੀ ਦੇ ਹਰ ਇੱਕ ਬੱਚੇ ਦੀ ਭਾਸ਼ਾ ਗ੍ਰਹਿਣ ਪ੍ਰਗਤੀ ਇੱਕੋ ਜਿਹੀ ਨਹੀਂ ਹੁੰਦੀ। ਤਾਂ ਭਾਸ਼ਾ ਸਿੱਖਿਆ ਦੇ ਰਾਹ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਕੀ ਹੈ? ਤਾਂ ਇਹਦਾ ਸਹੀ ਉੱਤਰ ਹੈ ਚੌਥਾ, ਕਿ ਸ਼੍ਰੇਣੀ ਦੇ ਹਰ ਇੱਕ ਬੱਚੇ ਦੀ ਭਾਸ਼ਾ ਗ੍ਰਹਿਣ ਪ੍ਰਗਤੀ ਇੱਕੋ ਜਿਹੀ ਨਹੀਂ ਹੁੰਦੀ। ਅੱਗੇ ਕੁਐਸਚਨ ਹੈ, ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ? ਬੱਚੇ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ? ਪਹਿਲਾ ਹੈ ਲਿਖਤੀ ਪ੍ਰੀਖਿਆ ਲੈ ਕੇ, ਦੂਜਾ ਹੈ ਨਿਰੀਖਣ ਦੁਆਰਾ, ਤੀਜਾ ਹੈ ਉਹਨਾਂ ਦੇ ਦੋਸਤਾਂ ਨਾਲ ਸਲਾਹ ਕਰਕੇ ਅਤੇ ਚੌਥਾ ਹੈ ਬੱਚੇ ਦੇ ਘਰੇਲੂ ਵਾਤਾਵਰਣ ਵੇਖ ਕੇ। ਤਾਂ ਇਹਦਾ ਸਹੀ ਉੱਤਰ ਹੈ ਨਿਰੀਖਣ ਦੁਆਰਾ। ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਲੱਭਣ ਲਈ ਨਿਰੀਖਣ ਕਰਨਾ ਜ਼ਰੂਰੀ ਹੈ। ਨਿਰੀਖਣ ਦੇ ਦੁਆਰਾ ਉਹਨਾਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਲੱਭਿਆ ਜਾ ਸਕਦਾ ਹੈ। ਅੱਗੇ ਸਾਡਾ ਕੁਐਸਚਨ ਹੈ ਕਿ ਭਾਸ਼ਾ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਜ਼ਰੂਰੀ ਹੈ ਕਿ ਹਰੇਕ ਸਕੂਲ ਵਿੱਚ ਇੱਕ ਭਾਸ਼ਾ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਜ਼ਰੂਰੀ ਹੈ ਕਿ ਹਰੇਕ ਸਕੂਲ ਵਿੱਚ ਪਹਿਲਾ ਹੈ ਪੁਸਤਕਾਲਾ ਹੋਵੇ, ਦੂਜਾ ਹੈ ਭਾਸ਼ਾ ਪ੍ਰਯੋਗਸ਼ਾਲਾ ਹੋਵੇ, ਤੀਜਾ ਹੈ ਵਿਆਕਰਣ ਪੜ੍ਹਾਈ ਜਾਵੇ ਅਤੇ ਚੌਥਾ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਭਾਸ਼ਾ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਹਰੇਕ ਸਕੂਲ ਵਿੱਚ ਇੱਕ ਭਾਸ਼ਾ ਪ੍ਰਯੋਗਸ਼ਾਲਾ ਹੋਵੇ। ਭਾਸ਼ਾ ਪ੍ਰਯੋਗਸ਼ਾਲਾ ਦੇ ਦੁਆਰਾ ਭਾਸ਼ਾ ਦੇ ਵਿੱਚ ਗੁਣਾਤਮਕ ਸੁਧਾਰ ਲਿਆਇਆ ਜਾ ਸਕਦਾ ਹੈ। ਤਾਂ ਹਰੇਕ ਸਕੂਲ ਦੇ ਵਿੱਚ ਇੱਕ ਭਾਸ਼ਾ ਪ੍ਰਯੋਗਸ਼ਾਲਾ ਹੋਣੀ ਬਹੁਤ ਹੀ ਜ਼ਰੂਰੀ ਹੈ। ਅੱਗੇ ਸਾਡਾ ਕੁਐਸਚਨ ਹੈ ਕਿ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਉਤਪੰਨ ਕਰਨ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ? ਪੰਜਾਬੀ ਭਾਸ਼ਾ ਪ੍ਰਤੀ ਪਿਆਰ ਉਤਪੰਨ ਕਰਨ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ? ਪਹਿਲਾ ਹੈ ਪੰਜਾਬੀ ਭਾਸ਼ਾ ਦੇ ਸੱਭਿਆਚਾਰ ਅਤੇ ਕਦਰਾਂ ਬਾਰੇ ਸਮਝਾਇਆ ਜਾਵੇ। ਦੂਜਾ ਹੈ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਗਨ ਅਤੇ ਪਿਆਰ ਨਾਲ ਕਰਵਾਈ ਜਾਏ। ਤੀਜਾ ਹੈ ਅਧਿਆਪਕ ਨੂੰ ਪੰਜਾਬੀ ਭਾਸ਼ਾ ਦਾ ਪੂਰਾ ਗਿਆਨ ਹੋਵੇ ਅਤੇ ਚੌਥਾ ਹੈ ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣ। ਤਾਂ ਇਹਦਾ ਸਹੀ ਉੱਤਰ ਜਿਹੜਾ ਹੈ ਉਹ ਹੈ ਪਹਿਲਾ, ਪੰਜਾਬੀ ਭਾਸ਼ਾ ਦੇ ਸੱਭਿਆਚਾਰ ਅਤੇ ਕਦਰਾਂ ਬਾਰੇ ਸਮਝਾਇਆ ਜਾਵੇ। ਪੰਜਾਬੀ ਭਾਸ਼ਾ ਦੇ ਪ੍ਰਤੀ ਪਿਆਰ ਉਤਪੰਨ ਕਰਨ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਭਾਸ਼ਾ ਦੇ ਸੱਭਿਆਚਾਰ ਅਤੇ ਕਦਰਾਂ ਬਾਰੇ ਬੱਚਿਆਂ ਨੂੰ ਸਮਝਾਵੇ। ਅੱਗੇ ਸਾਡਾ ਕੁਐਸਚਨ ਹੈ, ਹੋਰ ਭਾਸ਼ਾਵਾਂ ਦੇ ਸ਼ਬਦ ਭਾਸ਼ਾ ਵਿੱਚ ਜੋੜਨ ਨਾਲ ਉਸ ਦਾ ਭਾਸ਼ਾ ਵਿੱਚ ਜੋੜਨ ਨਾਲ ਉਸ ਦਾ ਪਹਿਲਾ ਹੈ ਸ਼ਬਦ ਭੰਡਾਰ ਵੱਧਦਾ ਹੈ, ਦੂਜਾ ਹੈ ਵਿਆਕਰਣ ਅਸ਼ੁੱਧ ਹੁੰਦੀ ਹੈ, ਤੀਜਾ ਹੈ ਉਚਾਰਨ ਪਰਿਵਰਤਿਤ ਹੁੰਦਾ ਹੈ ਅਤੇ ਚੌਥਾ ਹੈ ਸਰੂਪ ਵਿਗੜਦਾ ਹੈ। ਤਾਂ ਹੋਰ ਭਾਸ਼ਾਵਾਂ ਦੇ ਸ਼ਬਦ ਜਦੋਂ ਅਸੀਂ ਭਾਸ਼ਾ ਵਿੱਚ ਜੋੜਦੇ ਹਾਂ ਤਾਂ ਉਸ ਦੇ ਨਾਲ ਭਾਸ਼ਾ ਦਾ ਸ਼ਬਦ ਭੰਡਾਰ ਵੱਧਦਾ ਹੈ। ਤਾਂ ਇਹਦਾ ਸਹੀ ਉੱਤਰ ਹੈ ਪਹਿਲਾ,
ਕਿ ਸ਼ਬਦ ਭੰਡਾਰ ਵੱਧਦਾ ਹੈ। ਅੱਗੇ ਸਾਡਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਢੰਗ ਸਿਖਿਆਰਥੀਆਂ ਦੇ ਪੜ੍ਹਨ ਕੌਸ਼ਲ ਨੂੰ ਸੁਧਾਰਨ ਲਈ ਸਭ ਤੋਂ ਬਿਹਤਰ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਢੰਗ ਸਿਖਿਆਰਥੀਆਂ ਦੇ ਪੜ੍ਹਨ ਕੌਸ਼ਲ ਨੂੰ ਸੁਧਾਰਨ ਲਈ ਸਭ ਤੋਂ ਬਿਹਤਰ ਹੈ। ਪਹਿਲਾ ਹੈ ਉਹਨਾਂ ਨੂੰ ਔਖੇ ਅਤੇ ਚੁਣੌਤੀ ਭਰਪੂਰ ਕਾਰਜ ਦੇਣਾ। ਦੂਜਾ ਹੈ ਉਹਨਾਂ ਨੂੰ ਉੱਚੀ ਉੱਚੀ ਪੜ੍ਹਨ ਲਈ ਆਖਣਾ। ਤੀਜਾ ਹੈ ਵਿਭਿੰਨ ਪ੍ਰਕਾਰ ਦੀ ਪੜ੍ਹਨ ਸਮੱਗਰੀ ਪ੍ਰਦਾਨ ਕਰਨਾ। ਅਤੇ ਚੌਥਾ ਹੈ ਉਹਨਾਂ ਨੂੰ ਇੱਕੋ ਪਾਠ ਵਾਰ-ਵਾਰ ਪੜ੍ਹਨ ਲਈ ਆਖਣਾ। ਤਾਂ ਇਹਦਾ ਸਹੀ ਉੱਤਰ ਜਿਹੜਾ ਹੈ ਉਹ ਹੈ ਤੀਜਾ, ਵਿਭਿੰਨ ਪ੍ਰਕਾਰ ਦੀ ਪੜ੍ਹਨ ਸਮੱਗਰੀ ਪ੍ਰਦਾਨ ਕਰਨਾ। ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਢੰਗ ਸਿਖਿਆਰਥੀਆਂ ਦੇ ਪੜ੍ਹਨ ਕੌਸ਼ਲ ਨੂੰ ਸੁਧਾਰਨ ਲਈ ਸਭ ਤੋਂ ਬਿਹਤਰ ਹੈ। ਤਾਂ ਵਿਭਿੰਨ ਪ੍ਰਕਾਰ ਦੀ ਪੜ੍ਹਨ ਸਮੱਗਰੀ ਬੱਚਿਆਂ ਨੂੰ ਪ੍ਰਦਾਨ ਕਰਨੀ ਚਾਹੀਦੀ ਹੈ। 8ਵਾਂ ਕੁਐਸਚਨ ਹੈ, ਪ੍ਰਾਇਮਰੀ ਪੱਧਰ ਤੇ ਭਾਸ਼ਾ ਦੇ ਕਰਿਕੂਲਮ ਦਾ ਉਦੇਸ਼ ਹੈ। ਪ੍ਰਾਇਮਰੀ ਪੱਧਰ ਤੇ ਭਾਸ਼ਾ ਦੇ ਕਰਿਕੂਲਮ ਦਾ ਉਦੇਸ਼ ਹੈ। ਪਹਿਲਾ ਹੈ ਸਿਖਿਆਰਥੀਆਂ ਨੂੰ ਪ੍ਰਭਾਵਸ਼ਾਲੀ ਵਕਤਾ ਅਤੇ ਲੇਖਕ ਬਣਾਉਣਾ। ਦੂਜਾ ਹੈ ਸਾਹਿਤਕ ਵਿਧਾਵਾਂ ਦੀ ਬੁਨਿਆਦੀ ਸਮਝ ਹਾਸਲ ਕਰਨਾ। ਤੀਜਾ ਹੈ ਸਾਰੇ ਕੌਸ਼ਲਾਂ ਵਿੱਚ ਬੁਨਿਆਦੀ ਨਿਪੁੰਨਤਾ ਹਾਸਲ ਕਰਨਾ। ਅਤੇ ਚੌਥਾ ਹੈ ਭਾਸ਼ਾ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਅੰਕ ਹਾਸਲ ਕਰਨਾ। ਤਾਂ ਪ੍ਰਾਇਮਰੀ ਪੱਧਰ ਉੱਤੇ ਭਾਸ਼ਾ ਦੇ ਕਰਿਕੂਲਮ ਦਾ ਕੀ ਉਦੇਸ਼ ਹੁੰਦਾ ਹੈ? ਤਾਂ ਪ੍ਰਾਇਮਰੀ ਪੱਧਰ ਉੱਤੇ ਸਾਰੇ ਕੌਸ਼ਲਾਂ ਵਿੱਚ ਬੁਨਿਆਦੀ ਨਿਪੁੰਨਤਾ ਹਾਸਲ ਕਰਨਾ। ਤਾਂ ਇਹਦਾ ਸਹੀ ਉੱਤਰ ਹੈ ਤੀਜਾ, ਕਿ ਸਾਰੇ ਕੌਸ਼ਲਾਂ ਵਿੱਚ ਬੁਨਿਆਦੀ ਨਿਪੁੰਨਤਾ ਹਾਸਲ ਕਰਨਾ। ਅੱਗੇ ਸਾਡਾ ਕੁਐਸਚਨ ਹੈ, ਬੱਚਾ ਘਰ ਦੇ ਵਾਤਾਵਰਣ ਵਿੱਚ ਕਿਹੜੇ ਭਾਸ਼ਾ ਕੌਸ਼ਲ ਸਿੱਖਦਾ ਹੈ? ਬੱਚਾ ਜਦੋਂ ਆਪਣੇ ਘਰ ਦੇ ਵਾਤਾਵਰਣ ਵਿੱਚ ਰਹਿੰਦਾ ਹੈ ਤਾਂ ਕਿਹੜੇ ਭਾਸ਼ਾ ਕੌਸ਼ਲ ਸਿੱਖਦਾ ਹੈ? ਪਹਿਲਾ ਹੈ ਸੁਣਨ ਅਤੇ ਬੋਲਣ। ਦੂਜਾ ਹੈ ਸੁਣਨ ਅਤੇ ਪੜ੍ਹਨ। ਤੀਜਾ ਹੈ ਬੋਲਣ ਅਤੇ ਲਿਖਣ। ਅਤੇ ਚੌਥਾ ਹੈ ਪੜ੍ਹਨ ਅਤੇ ਲਿਖਣ। ਤਾਂ ਬੱਚਾ ਘਰ ਦੇ ਵਾਤਾਵਰਣ ਵਿੱਚ ਕਿਹੜੇ ਭਾਸ਼ਾ ਕੌਸ਼ਲ ਸਿੱਖਦਾ ਹੈ? ਇਹਦਾ ਸਹੀ ਉੱਤਰ ਹੈ ਪਹਿਲਾ, ਬੱਚਾ ਘਰ ਦੇ ਵਾਤਾਵਰਣ ਵਿੱਚ ਇੱਕ ਤਾਂ ਸੁਣਨ ਕੌਸ਼ਲ ਸਿੱਖਦਾ ਹੈ ਅਤੇ ਇੱਕ ਬੋਲਣ ਕੌਸ਼ਲ ਸਿੱਖ ਜਾਂਦਾ ਹੈ। ਤਾਂ ਇਹਦਾ ਪਹਿਲਾ ਉੱਤਰ ਸਹੀ ਹੈ ਕਿ ਸੁਣਨ ਅਤੇ ਬੋਲਣ ਕੌਸ਼ਲ ਬੱਚਾ ਘਰ ਦੇ ਵਾਤਾਵਰਣ ਵਿੱਚ ਸਿੱਖਦਾ ਹੈ। ਅੱਗੇ ਸਾਡਾ ਕੁਐਸਚਨ ਹੈ, ਬੱਚਾ ਸਕੂਲ ਵਿੱਚੋਂ ਕਿਹੜੇ ਭਾਸ਼ਾ ਕੌਸ਼ਲ ਸਿੱਖਦਾ ਹੈ? ਬੱਚਾ ਸਕੂਲ ਵਿੱਚੋਂ ਕਿਹੜੇ ਭਾਸ਼ਾ ਕੌਸ਼ਲ ਸਿੱਖਦਾ ਹੈ? ਪਹਿਲਾ ਹੈ ਬੋਲਣ ਅਤੇ ਪੜ੍ਹਨ। ਦੂਜਾ ਹੈ ਬੋਲਣ ਅਤੇ ਲਿਖਣ। ਤੀਜਾ ਹੈ ਲਿਖਣ ਅਤੇ ਪੜ੍ਹਨ। ਅਤੇ ਚੌਥਾ ਹੈ ਪੜ੍ਹਨ ਅਤੇ ਸੁਣਨ। ਤਾਂ ਇਹਦਾ ਸਹੀ ਉੱਤਰ ਹੈ ਤੀਜਾ, ਲਿਖਣ ਅਤੇ ਪੜ੍ਹਨ। ਬੱਚਾ ਘਰ ਦੇ ਵਾਤਾਵਰਣ ਤੋਂ ਇੱਕ ਤਾਂ ਸੁਣਨ ਕੌਸ਼ਲ ਸਿੱਖਦਾ ਹੈ ਅਤੇ ਇੱਕ ਬੋਲਣ ਕੌਸ਼ਲ ਸਿੱਖਦਾ ਹੈ, ਪਰ ਬੱਚਾ ਸਕੂਲ ਦੇ ਵਾਤਾਵਰਣ ਵਿੱਚ ਲਿਖਣ ਕੌਸ਼ਲ ਅਤੇ ਪੜ੍ਹਨ ਕੌਸ਼ਲ ਸਿੱਖਦਾ ਹੈ। ਤਾਂ ਤੀਜਾ ਉੱਤਰ ਇਹਦਾ ਸਹੀ ਉੱਤਰ ਹੈ। ਅੱਗੇ ਸਾਡਾ ਕੁਐਸਚਨ ਹੈ, ਭਾਸ਼ਾ ਸਿੱਖਣ ਦਾ ਪਹਿਲਾ ਪੜਾਅ ਹੈ। ਭਾਸ਼ਾ ਸਿੱਖਣ ਦਾ ਪਹਿਲਾ ਪੜਾਅ ਹੈ। ਪਹਿਲਾ ਹੈ ਅੱਖਰਾਂ ਦੀ ਸਮਝ। ਦੂਜਾ ਹੈ ਸ਼ਬਦਾਂ ਦੀ ਸਮਝ। ਤੀਜਾ ਹੈ ਵਾਕਾਂ ਦੀ ਸਮਝ। ਅਤੇ ਚੌਥਾ ਹੈ ਭਾਸ਼ਾ ਦੇ ਭਿੰਨ ਭਿੰਨ ਤੱਤਾਂ ਦੇ ਗਿਆਨ ਨੂੰ ਗ੍ਰਹਿਣ ਕਰਨਾ। ਤਾਂ ਭਾਸ਼ਾ ਸਿੱਖਣ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਹੈ ਕਿ ਭਾਸ਼ਾ ਦੇ ਭਿੰਨ ਭਿੰਨ ਤੱਤਾਂ ਦੇ ਗਿਆਨ ਨੂੰ ਗ੍ਰਹਿਣ ਕਰਨਾ। ਤਾਂ ਇਹਦਾ ਚੌਥਾ ਉੱਤਰ ਸਹੀ ਹੈ ਕਿ ਭਾਸ਼ਾ ਦੇ ਭਿੰਨ ਭਿੰਨ ਤੱਤਾਂ ਦੇ ਗਿਆਨ ਨੂੰ ਗ੍ਰਹਿਣ ਕਰਨਾ। ਅੱਗੇ ਸਾਡਾ ਕੁਐਸਚਨ ਹੈ ਕਿ ਉਪਚਾਰਾਤਮਕ ਸਿੱਖਿਆ ਦੇਣ ਸਮੇਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਤਿਆਰ ਕਰੇ। ਉਪਚਾਰਾਤਮਕ ਸਿੱਖਿਆ ਦੇਣ ਸਮੇਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਤਿਆਰ ਕਰੇ। ਪਹਿਲਾ ਹੈ ਮਾਨਸਿਕ ਤੌਰ ਤੇ। ਦੂਜਾ ਹੈ ਸਰੀਰਕ ਤੇ ਮਾਨਸਿਕ ਤੌਰ ਤੇ। ਤੀਜਾ ਹੈ ਸਰੀਰਕ ਤੌਰ ਤੇ। ਅਤੇ ਚੌਥਾ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਹੈ ਦੂਜਾ, ਸਰੀਰਕ ਅਤੇ ਮਾਨਸਿਕ ਤੌਰ ਤੇ। ਉਪਚਾਰਾਤਮਕ ਸਿੱਖਿਆ ਦੇਣ ਸਮੇਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਕਰੇ। ਅੱਗੇ ਸਾਡਾ ਕੁਐਸਚਨ ਹੈ ਕਿ ਉਪਚਾਰਾਤਮਕ ਸਿੱਖਿਆ
ਇੱਕ ਧੀਰਜ ਅਤੇ ਲਗਨ ਵਾਲਾ ਕਾਰਜ ਹੈ। ਉਪਚਾਰਾਤਮਕ ਸਿੱਖਿਆ ਇੱਕ ਧੀਰਜ ਅਤੇ ਲਗਨ ਵਾਲਾ ਕਾਰਜ ਹੈ, ਕਿਉਂਕਿ ਪਹਿਲਾ ਹੈ ਤੇਜ਼ੀ ਕਰਨ ਨਾਲ ਬੱਚੇ ਵਿੱਚ ਹੀਣ ਭਾਵਨਾ ਉਤਪੰਨ ਹੋ ਜਾਂਦੀ ਹੈ। ਦੂਜਾ ਹੈ ਭਾਸ਼ਾ ਸੰਬੰਧੀਆਂ ਸਾਰੀਆਂ ਤਰੁੱਟੀਆਂ ਇੱਕਦਮ ਨਹੀਂ ਸੁਧਰ ਸਕਦੀਆਂ। ਤੀਜਾ ਹੈ ਤੇਜ਼ੀ ਕਰਨ ਨਾਲ ਬੱਚਾ ਉਲਝਣ ਦਾ ਸ਼ਿਕਾਰ ਹੋ ਜਾਂਦਾ ਹੈ। ਅਤੇ ਚੌਥਾ ਹੈ ਤੇਜ਼ੀ ਕਰਨ ਨਾਲ ਬੱਚਾ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਹੈ। ਤਾਂ ਇਹਦਾ ਸਹੀ ਉੱਤਰ ਜਿਹੜਾ ਹੈ ਉਹ ਹੈ ਦੂਜਾ, ਭਾਸ਼ਾ ਸੰਬੰਧੀ ਸਾਰੀ ਤਰੁੱਟੀਆਂ ਇੱਕਦਮ ਨਹੀਂ ਸੁਧਰ ਸਕਦੀਆਂ। ਉਪਚਾਰਾਤਮਕ ਸਿੱਖਿਆ ਇੱਕ ਧੀਰਜ ਅਤੇ ਲਗਨ ਵਾਲਾ ਕਾਰਜ ਹੈ, ਕਿਉਂਕਿ ਭਾਸ਼ਾ ਸੰਬੰਧੀਆਂ ਸਾਰੀਆਂ ਤਰੁੱਟੀਆਂ ਇੱਕਦਮ ਨਹੀਂ ਸੁਧਰ ਸਕਦੀਆਂ। ਅੱਗੇ ਸਾਡਾ ਕੁਐਸਚਨ ਹੈ, ਉਪਚਾਰਾਤਮਕ ਸਿੱਖਿਆ ਲਈ ਅਧਿਆਪਕ ਦਾ ਨਿਰੀਖਣ ਹੋਣਾ ਚਾਹੀਦਾ ਹੈ। ਉਪਚਾਰਾਤਮਕ ਸਿੱਖਿਆ ਲਈ ਅਧਿਆਪਕ ਦਾ ਨਿਰੀਖਣ ਹੋਣਾ ਚਾਹੀਦਾ ਹੈ। ਪਹਿਲਾ ਹੈ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਦੂਜਾ ਹੈ ਸੁਚੇਤ ਹੋਣਾ ਚਾਹੀਦਾ ਹੈ। ਤੀਜਾ ਹੈ ਤੇਜ਼ ਹੋਣਾ ਚਾਹੀਦਾ ਹੈ ਅਤੇ ਚੌਥਾ ਹੈ ਸੁਚੇਤ ਅਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਤਾਂ ਇਹਦਾ ਸਹੀ ਉੱਤਰ ਹੈ ਚੌਥਾ, ਸੁਚੇਤ ਅਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਉਪਚਾਰਾਤਮਕ ਸਿੱਖਿਆ ਲਈ ਅਧਿਆਪਕ ਦਾ ਨਿਰੀਖਣ ਸੁਚੇਤ ਅਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਅੱਗੇ ਸਾਡਾ ਕੁਐਸਚਨ ਹੈ, ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਪਹਿਲਾ ਹੈ ਬੱਚੇ ਦੇ ਬਾਲਗ ਹੋਣ ਤੱਕ ਠੀਕ ਨਾ ਕਰੇ। ਦੂਜਾ ਹੈ ਆਰੰਭ ਵਿੱਚ ਹੀ ਠੀਕ ਕਰੇ। ਤੀਜਾ ਹੈ ਡੰਡੇ ਦੇ ਜ਼ੋਰ ਤੇ ਨਾਲ ਦੂਰ ਕਰੇ ਅਤੇ ਚੌਥਾ ਹੈ ਬੱਚੇ ਉੱਪਰ ਹੀ ਛੱਡ ਦੇਵੇ। ਤਾਂ ਇਹਦਾ ਸਹੀ ਉੱਤਰ ਹੈ ਦੂਜਾ, ਆਰੰਭ ਵਿੱਚ ਹੀ ਠੀਕ ਕਰੇ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੀਆਂ ਭਾਸ਼ਾ ਸੰਬੰਧੀਆਂ ਤਰੁੱਟੀਆਂ ਨੂੰ ਆਰੰਭ ਵਿੱਚ ਹੀ ਠੀਕ ਕਰ ਦੇਵੇ। ਅੱਗੇ ਸਾਡਾ ਕੁਐਸਚਨ ਹੈ ਕਿ ਉਪਚਾਰਾਤਮਕ ਸਿੱਖਿਆ ਦਾ ਅਰਥ ਹੈ। ਉਪਚਾਰਾਤਮਕ ਸਿੱਖਿਆ ਦਾ ਅਰਥ ਹੈ, ਪਹਿਲਾ ਹੈ ਬੱਚੇ ਦਾ ਇਲਾਜ ਕਰਨਾ। ਦੂਜਾ ਹੈ ਕਮਜ਼ੋਰ ਵਿਦਿਆਰਥੀਆਂ ਦੇ ਅਧਿਆਪਨ, ਸਿੱਖਣ ਦੇ ਦੋਸ਼, ਪੂਰਨ ਪ੍ਰਭਾਵਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ। ਤੀਜਾ ਹੈ ਸਰੀਰਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਚੰਗੀ ਖੁਰਾਕ ਦੇ ਕੇ ਅਰੋਗ ਅਤੇ ਸਿਹਤਮੰਦ ਬਣਾਉਣ ਦੀ ਪ੍ਰਕਿਰਿਆ। ਅਤੇ ਚੌਥਾ ਹੈ ਛੁੱਟੀ ਤੋਂ ਪਿੱਛੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ। ਤਾਂ ਇਹਦਾ ਸਹੀ ਉੱਤਰ ਹੈ ਦੂਜਾ, ਕਮਜ਼ੋਰ ਵਿਦਿਆਰਥੀਆਂ ਦੇ ਅਧਿਆਪਨ, ਸਿੱਖਣ ਦੇ ਦੋਸ਼, ਪੂਰਨ ਪ੍ਰਭਾਵਾਂ ਨਾਲ ਦੂਰ ਕਰਨ ਦੀ ਪ੍ਰਕਿਰਿਆ ਹੀ ਕੀ ਹੈ, ਉਪਚਾਰਾਤਮਕ ਸਿੱਖਿਆ ਹੈ। ਅੱਗੇ ਸਾਡਾ ਕੁਐਸਚਨ ਹੈ, ਉਪਚਾਰਾਤਮਕ ਸਿੱਖਿਆ ਭਾਸ਼ਾ ਸਿੱਖਿਆ ਦੀਆਂ ਕਿਹੜੀਆਂ ਪਰੀਖਣ ਤਰੁੱਟੀਆਂ ਦਾ ਉਪਚਾਰ ਕਰਦੀ ਹੈ। ਉਪਚਾਰਾਤਮਕ ਸਿੱਖਿਆ ਭਾਸ਼ਾ ਸਿੱਖਿਆ ਦੀਆਂ ਕਿਹੜੀਆਂ ਪਰੀਖਣ ਤਰੁੱਟੀਆਂ ਦਾ ਉਪਚਾਰ ਕਰਦੀ ਹੈ। ਪਹਿਲਾ ਹੈ ਜਿਹੜੀਆਂ ਅਧਿਆਪਕ ਨੋਟ ਨਹੀਂ ਕਰ ਸਕਦਾ। ਦੂਜੀ ਹੈ ਜਿਹੜੀਆਂ ਸਾਡੀ ਸਾਧਾਰਣ ਪ੍ਰੀਖਿਆ ਪ੍ਰਣਾਲੀ ਤੋਂ ਬਾਹਰ ਦੀਆਂ ਵਸਤੂਆਂ ਹਨ। ਤੀਜਾ ਹੈ ਜਿਹੜੀਆਂ ਬੱਚੇ ਤੋਂ ਸਹਿਜ ਸੁਭਾਅ ਹੋ ਜਾਂਦੀਆਂ ਹਨ। ਅਤੇ ਚੌਥਾ ਹੈ ਜਿਹੜੀਆਂ ਮਾਪਿਆਂ ਦੀ ਨਜ਼ਰ ਤੋਂ ਬਚ ਜਾਂਦੀਆਂ ਹਨ। ਤਾਂ ਇਹਦਾ ਸਹੀ ਉੱਤਰ ਹੈ ਦੂਜਾ, ਜਿਹੜੀਆਂ ਸਾਡੀ ਸਾਧਾਰਣ ਪ੍ਰੀਖਿਆ ਪ੍ਰਣਾਲੀ ਤੋਂ ਬਾਹਰ ਦੀਆਂ ਵਸਤੂਆਂ ਹਨ। ਤਾਂ ਉਪਚਾਰਾਤਮਕ ਸਿੱਖਿਆ ਭਾਸ਼ਾ ਸਿੱਖਿਆ ਦੀਆਂ ਕਿਹੜੀ ਪ੍ਰੀਖਣ ਤਰੁੱਟੀਆਂ ਦਾ ਉਪਚਾਰ ਕਰਦੀ ਹੈ, ਜਿਹੜੀਆਂ ਸਾਡੀ ਸਾਧਾਰਣ ਪ੍ਰੀਖਿਆ ਪ੍ਰਣਾਲੀ ਤੋਂ ਬਾਹਰ ਦੀਆਂ ਵਸਤੂਆਂ ਹਨ। ਤਾਂ ਇਹਦਾ ਦੂਜਾ ਉੱਤਰ ਸਹੀ ਹੈ। ਅੱਗੇ ਸਾਡਾ ਕੁਐਸਚਨ ਹੈ, ਉਪਚਾਰ ਕੇਂਦਰ ਦਾ ਉਪਚਾਰਾਤਮਕ ਸਿੱਖਿਆ ਵਿੱਚ ਕੀ ਕਾਰਜ ਹੈ। ਉਪਚਾਰ ਕੇਂਦਰ ਦਾ ਉਪਚਾਰਾਤਮਕ ਸਿੱਖਿਆ ਵਿੱਚ ਕੀ ਕਾਰਜ ਹੈ। ਪਹਿਲਾ ਹੈ ਡਾਕਟਰ ਨੂੰ ਸਕੂਲ ਬੁਲਵਾ ਕੇ ਬੱਚਿਆਂ ਦੀ ਜਾਂਚ ਕਰਵਾਉਣੀ। ਦੂਜਾ ਹੈ ਭਾਸ਼ਾ ਦੋਸ਼ਾਂ ਵਾਲੇ ਬੱਚਿਆਂ ਦਾ ਮਾਹਿਰ ਨੂੰ ਫੀਸ ਦੇ ਕੇ ਉਤਸ਼ਾਹਿਤ ਕਰਨਾ। ਤੀਜਾ ਹੈ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਦੂਰ ਕਰਨਾ। ਅਤੇ ਚੌਥਾ ਹੈ ਮਕੈਨੀਕਲ ਅਤੇ ਇਲੈਕਟ੍ਰੋਨਿਕ ਉਪਕਰਨਾਂ ਦੁਆਰਾ ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਦਾ ਪਤਾ ਕਰਕੇ ਉਪਚਾਰ ਕਰਨਾ। ਤਾਂ ਇਹਦਾ ਸਹੀ ਉੱਤਰ ਹੈ ਚੌਥਾ, ਮਕੈਨੀਕਲ ਅਤੇ ਇਲੈਕਟ੍ਰੋਨਿਕ ਉਪਕਰਨਾਂ ਦੁਆਰਾ ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਦਾ ਪਤਾ ਕਰਕੇ ਉਪਚਾਰ ਕਰਨਾ। ਤਾਂ ਸਾਡਾ ਕੁਐਸਚਨ ਸੀ ਕਿ ਉਪਚਾਰ ਕੇਂਦਰ ਦਾ ਉਪਚਾਰਾਤਮਕ ਸਿੱਖਿਆ ਵਿੱਚ ਕੀ ਕਾਰਜ ਹੈ। ਤਾਂ ਇਹਦਾ ਸਹੀ ਉੱਤਰ ਹੈ ਮਕੈਨੀਕਲ ਅਤੇ ਇਲੈਕਟ੍ਰੋਨਿਕ ਉਪਕਰਨਾਂ ਦੁਆਰਾ ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਦਾ ਪਤਾ ਕਰਕੇ ਉਪਚਾਰ ਕਰਨਾ।
ਅੱਗੇ ਸਾਡਾ ਕੁਐਸਚਨ ਹੈ, ਬੱਚਿਆਂ ਵਿੱਚ ਸਮਾਜਿਕ ਚੇਤਨਾ ਪੈਦਾ ਕੀਤੀ ਜਾ ਸਕਦੀ ਹੈ। ਬੱਚਿਆਂ ਵਿੱਚ ਸਮਾਜਿਕ ਚੇਤਨਾ ਪੈਦਾ ਕੀਤੀ ਜਾ ਸਕਦੀ ਹੈ। ਪਹਿਲਾ ਹੈ, ਉਹਨਾਂ ਨੂੰ ਤਾਜ਼ਾ ਖਬਰਾਂ ਮੁਹੱਈਆ ਕਰਾ ਕੇ। ਦੂਜਾ ਹੈ, ਉਹਨਾਂ ਨੂੰ ਮਹੱਤਵਪੂਰਨ ਸਥਾਨਾਂ 'ਤੇ ਲਿਜਾ ਕੇ। ਤੀਜਾ ਹੈ, ਉਹਨਾਂ ਨੂੰ ਵਿਕਸਿਤ ਪ੍ਰੋਜੈਕਟ ਦਿਖਾ ਕੇ। ਅਤੇ ਚੌਥਾ ਹੈ, ਉਪਰੋਕਤ ਸਾਰੇ। ਤਾਂ ਬੱਚਿਆਂ ਵਿੱਚ ਸਮਾਜਿਕ ਚੇਤਨਾ ਪੈਦਾ ਕੀਤੀ ਜਾ ਸਕਦੀ ਹੈ। ਤਾਂ ਇਹਦਾ ਸਹੀ ਉੱਤਰ ਹੈ ਉਪਰੋਕਤ ਸਾਰੇ, ਕਿ ਉਹਨਾਂ ਨੂੰ ਤਾਜ਼ਾ ਖਬਰਾਂ ਮੁਹੱਈਆ ਕਰਵਾਈ ਜਾਵੇ, ਉਹਨਾਂ ਨੂੰ ਮਹੱਤਵਪੂਰਨ ਸਥਾਨਾਂ 'ਤੇ ਲਿਜਾਇਆ ਜਾਵੇ, ਉਹਨਾਂ ਨੂੰ ਵਿਕਸਿਤ ਪ੍ਰੋਜੈਕਟ ਦਿਖਾਇਆ ਜਾਵੇ। ਅਤੇ ਇਹਨਾਂ ਸਾਰਿਆਂ ਕੰਮਾਂ ਨਾਲ ਬੱਚਿਆਂ ਦੇ ਵਿੱਚ ਸਮਾਜਿਕ ਚੇਤਨਾ ਪੈਦਾ ਕੀਤੀ ਜਾ ਸਕਦੀ ਹੈ। ਅੱਗੇ ਸਾਡਾ ਕੁਐਸਚਨ ਹੈ, ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਕਿਸ ਦਾ ਚਾਲ ਚੱਲਣ ਅਤੇ ਵਿਹਾਰ ਵਧੇਰੇ ਪ੍ਰਭਾਵ ਪਾਉਂਦਾ ਹੈ। ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਕਿਸ ਦਾ ਚਾਲ ਚੱਲਣ ਅਤੇ ਵਿਹਾਰ ਵਧੇਰੇ ਪ੍ਰਭਾਵ ਪਾਉਂਦਾ ਹੈ। ਪਹਿਲਾ ਹੈ ਪ੍ਰਿੰਸੀਪਲ ਦਾ, ਦੂਜਾ ਹੈ ਅਧਿਆਪਕਾਂ ਦਾ, ਤੀਜਾ ਹੈ ਲੋਕਾਂ ਦਾ ਅਤੇ ਚੌਥਾ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਕਿਸ ਦਾ ਚਾਲ ਚੱਲਣ ਅਤੇ ਵਿਹਾਰ ਵਧੇਰੇ ਪ੍ਰਭਾਵ ਪਾਉਂਦਾ ਹੈ। ਤਾਂ ਇਹਦਾ ਸਹੀ ਉੱਤਰ ਹੈ ਅਧਿਆਪਕਾਂ ਦਾ, ਕਿਉਂਕਿ ਅਧਿਆਪਕਾਂ ਦੀ ਨਕਲ ਬੱਚੇ ਕਰਦੇ ਹੈ। ਜਿਸ ਤਰ੍ਹਾਂ ਦਾ ਚਾਲ ਚੱਲਣ ਅਤੇ ਵਿਹਾਰ ਅਧਿਆਪਕਾਂ ਦਾ ਹੁੰਦਾ ਹੈ, ਬੱਚੇ ਵੀ ਉਸੇ ਤਰ੍ਹਾਂ ਅਨੁਕਰਨ ਕਰਦੇ ਹੈ। ਅੱਗੇ ਸਾਡਾ ਕੁਐਸਚਨ ਹੈ ਕਿ ਨੈਤਿਕ ਸਿੱਖਿਆ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਨੈਤਿਕ ਸਿੱਖਿਆ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਪਹਿਲਾ ਹੈ ਅਧਿਆਪਕਾਂ ਦੁਆਰਾ ਨੈਤਿਕ ਸਿੱਖਿਆ 'ਤੇ ਲੈਕਚਰ ਦੇਣਾ। ਦੂਜਾ ਹੈ ਕਹਾਣੀ ਪੜ੍ਹਾਉਣ 'ਤੇ ਜ਼ੋਰ ਦੇਣਾ। ਤੀਜਾ ਹੈ ਬੱਚਿਆਂ ਤੋਂ ਸੰਬੰਧਿਤ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕਰਨਾ। ਅਤੇ ਚੌਥਾ ਹੈ ਵਧੀਆ ਨੈਤਿਕ ਵਿਹਾਰ ਦਾ ਇਨਾਮ ਦੇਣਾ। ਤਾਂ ਨੈਤਿਕ ਸਿੱਖਿਆ ਦੇਣ ਦਾ ਸਭ ਤੋਂ ਜਿਹੜਾ ਪ੍ਰਭਾਵਸ਼ਾਲੀ ਢੰਗ ਹੈ ਉਹ ਹੈ ਕਿ ਅਧਿਆਪਕਾਂ ਦੁਆਰਾ ਨੈਤਿਕ ਸਿੱਖਿਆ 'ਤੇ ਲੈਕਚਰ ਦੇਣਾ। ਤਾਂ ਇਹਦਾ ਸਹੀ ਉੱਤਰ ਹੈ ਪਹਿਲਾ, ਅਧਿਆਪਕਾਂ ਦੁਆਰਾ ਨੈਤਿਕ ਸਿੱਖਿਆ 'ਤੇ ਲੈਕਚਰ ਦੇਣਾ। ਅੱਗੇ ਸਾਡਾ ਕੁਐਸਚਨ ਹੈ ਕਿ ਸਰਕਾਰੀ ਸਿੱਖਿਆ ਨੀਤੀ ਯਤਨ ਕਰਦੀ ਹੈ। ਸਰਕਾਰੀ ਸਿੱਖਿਆ ਨੀਤੀ ਯਤਨ ਕਰਦੀ ਹੈ। ਪਹਿਲਾ ਹੈ ਵੱਖ-ਵੱਖ ਸੱਭਿਆਚਾਰਕ ਅਤੇ ਸਮਾਜਿਕ ਪ੍ਰਣਾਲੀਆਂ ਨੂੰ ਸਮਝਾਉਣਾ। ਦੂਜਾ ਹੈ ਸੰਪਰਕ ਭਾਸ਼ਾ ਦਾ ਵਿਕਾਸ ਕਰਨ ਦਾ। ਤੀਜਾ ਹੈ ਬਹੁਭਾਸ਼ਾਈ ਸ਼ਬਦਕੋਸ਼ਾਂ ਦਾ ਪ੍ਰਕਾਸ਼ਨ ਕਰਨ ਦਾ। ਅਤੇ ਚੌਥਾ ਹੈ ਉਪਰੋਕਤ ਸਾਰਿਆਂ ਦਾ। ਤਾਂ ਸਰਕਾਰੀ ਨੀਤੀ ਜਿਹੜੀ ਹੈ, ਸਰਕਾਰੀ ਸਿੱਖਿਆ ਨੀਤੀ ਯਤਨ ਕਰਦੀ ਹੈ ਇਹਨਾਂ ਸਾਰਿਆਂ ਦਾ। ਇਹਦਾ ਸਹੀ ਉੱਤਰ ਹੈ ਚੌਥਾ, ਸਰਕਾਰੀ ਸਿੱਖਿਆ ਨੀਤੀ ਵੱਖ-ਵੱਖ ਸੱਭਿਆਚਾਰਕ ਅਤੇ ਸਮਾਜਿਕ ਪ੍ਰਣਾਲੀਆਂ ਨੂੰ ਸਮਝਾਉਣ ਦਾ ਯਤਨ ਕਰਦੀ ਹੈ, ਸੰਪਰਕ ਭਾਸ਼ਾ ਦਾ ਵਿਕਾਸ ਕਰਨ ਦਾ ਵੀ ਯਤਨ ਕਰਦੀ ਹੈ ਅਤੇ ਬਹੁਭਾਸ਼ਾਈ ਸ਼ਬਦਕੋਸ਼ਾਂ ਦਾ ਪ੍ਰਕਾਸ਼ਨ ਕਰਨ ਦਾ ਵੀ ਕੰਮ ਕਰਦੀ ਹੈ। ਤਾਂ ਸਰਕਾਰੀ ਸਿੱਖਿਆ ਨੀਤੀ ਯਤਨ ਕਰਦੀ ਹੈ। ਇਹਦਾ ਸਹੀ ਉੱਤਰ ਹੈ ਉਪਰੋਕਤ ਸਾਰਿਆਂ ਦਾ। ਅੱਗੇ ਸਾਡਾ ਕੁਐਸਚਨ ਹੈ, ਇੱਕ ਚੰਗੀ ਪਾਠ ਪੁਸਤਕ ਵਿੱਚ ਹੋਣਾ ਚਾਹੀਦਾ ਹੈ। ਇੱਕ ਚੰਗੀ ਪਾਠ ਪੁਸਤਕ ਵਿੱਚ ਹੋਣਾ ਚਾਹੀਦਾ ਹੈ। ਪਹਿਲਾ ਹੈ ਭਾਸ਼ਾ ਸ਼ੈਲੀ ਸਪਸ਼ਟ ਅਤੇ ਸਰਲ ਹੋਣੀ ਚਾਹੀਦੀ ਹੈ। ਦੂਜਾ ਹੈ ਵਿਸ਼ਾ ਵਸਤੂ ਬੱਚਿਆਂ ਦੇ ਅਨੁਕੂਲ ਹੋਣਾ ਚਾਹੀਦਾ ਹੈ। ਤੀਜਾ ਹੈ ਵਿਆਕਰਨਿਕ ਅਸ਼ੁੱਧੀਆਂ ਨਹੀਂ ਹੋਣੀਆਂ ਚਾਹੀਦੀਆਂ। ਅਤੇ ਚੌਥਾ ਹੈ ਉਪਰੋਕਤ ਸਭ ਕੁਝ ਹੋਣਾ ਚਾਹੀਦਾ ਹੈ। ਤਾਂ ਇੱਕ ਚੰਗੀ ਪਾਠ ਪੁਸਤਕ ਵਿੱਚ ਕੀ ਹੋਣਾ ਚਾਹੀਦਾ ਹੈ ਕਿ ਉਹਦੀ ਭਾਸ਼ਾ ਸ਼ੈਲੀ ਸਪਸ਼ਟ ਅਤੇ ਸਰਲ ਹੋਣੀ ਚਾਹੀਦੀ ਹੈ। ਵਿਸ਼ਾ ਵਸਤੂ ਬੱਚਿਆਂ ਦੇ ਪੱਧਰ ਦੇ ਅਨੁਕੂਲ ਹੋਣੀ ਚਾਹੀਦੀ ਹੈ। ਵਿਆਕਰਨਿਕ ਅਸ਼ੁੱਧੀਆਂ ਪਾਠ ਪੁਸਤਕ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਤਾਂ ਇਹਦਾ ਸਹੀ ਉੱਤਰ ਹੈ ਚੌਥਾ, ਉਪਰੋਕਤ ਸਾਰੇ। ਅੱਗੇ ਸਾਡਾ ਕੁਐਸਚਨ ਹੈ ਕਿ ਭਾਸ਼ਾ ਮੁਲਾਂਕਣ ਦੁਆਰਾ ਮਾਪਨ ਕੀਤਾ ਜਾਂਦਾ ਹੈ। ਭਾਸ਼ਾ ਮੁਲਾਂਕਣ ਦੁਆਰਾ ਮਾਪਨ ਕੀਤਾ ਜਾਂਦਾ ਹੈ। ਪਹਿਲਾ ਹੈ ਭਾਸ਼ਾ ਦੇ ਸਾਰੇ ਕੌਸ਼ਲਾਂ ਵਿੱਚ ਨਿਪੁੰਨਤਾ ਦਾ ਮਾਪਨ ਕੀਤਾ ਜਾਂਦਾ ਹੈ। ਦੂਜਾ ਹੈ ਬੱਚੇ ਵਿੱਚ ਪੜ੍ਹਨ ਕੌਸ਼ਲ ਦੀ ਨਿਪੁੰਨਤਾ ਦਾ ਮਾਪਨ ਕੀਤਾ ਜਾਂਦਾ ਹੈ। ਤੀਜਾ ਹੈ ਬੱਚੇ ਦੇ ਪੜ੍ਹਨ ਤੇ ਲਿਖਣ ਕੌਸ਼ਲਾਂ ਦੀ ਨਿਪੁੰਨਤਾ ਦਾ ਮਾਪਨ ਕੀਤਾ ਜਾਂਦਾ ਹੈ। ਅਤੇ ਚੌਥਾ ਹੈ ਉਪਰੋਕਤ ਸਾਰੇ। ਤਾਂ ਭਾਸ਼ਾ ਮੁਲਾਂਕਣ ਦੁਆਰਾ ਕਿਸ ਚੀਜ਼ ਦਾ ਮਾਪਨ ਕੀਤਾ ਜਾਂਦਾ ਹੈ? ਤਾਂ ਭਾਸ਼ਾ ਦੇ ਸਾਰੇ ਕੌਸ਼ਲਾਂ ਵਿੱਚ
ਨਿਪੁੰਨਤਾ ਦਾ ਮਾਪਨ ਕੀਤਾ ਜਾਂਦਾ ਹੈ। ਬੱਚੇ ਵਿੱਚ ਪੜ੍ਹਨ ਕੌਸ਼ਲ ਦੀ ਨਿਪੁੰਨਤਾ ਦਾ ਮਾਪਨ ਕੀਤਾ ਜਾਂਦਾ ਹੈ। ਬੱਚੇ ਦੇ ਪੜ੍ਹਨ ਤੇ ਲਿਖਣ ਕੌਸ਼ਲਾਂ ਦੀ ਨਿਪੁੰਨਤਾ ਦਾ ਮਾਪਨ ਕੀਤਾ ਜਾਂਦਾ ਹੈ। ਤਾਂ ਇਹਦਾ ਸਹੀ ਉੱਤਰ ਹੈ ਉਪਰੋਕਤ ਸਾਰੇ। ਅੱਗੇ ਸਾਡਾ ਕੁਐਸਚਨ ਹੈ, ਭਾਸ਼ਾ ਵਾਚਨ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਭਾਸ਼ਾ ਵਾਚਨ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਪਹਿਲਾ ਹੈ ਲਿਖਣ ਕੌਸ਼ਲ, ਦੂਜਾ ਹੈ ਉਚਿਤ ਗਤੀ ਨਾਲ ਸ਼ੁੱਧ ਵਾਚਨ, ਤੀਜਾ ਹੈ ਸੁਣਨ ਤੇ ਸਮਝਣ ਕੌਸ਼ਲ ਅਤੇ ਚੌਥਾ ਹੈ ਉਪਰੋਕਤ ਸਾਰੇ। ਤਾਂ ਭਾਸ਼ਾ ਵਾਚਨ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਹਦਾ ਸਹੀ ਉੱਤਰ ਹੈ ਉਪਰੋਕਤ ਸਾਰੇ। ਭਾਸ਼ਾ ਵਾਚਨ ਦੀ ਪ੍ਰੀਖਿਆ ਦੇ ਵਿੱਚ ਲਿਖਣ ਕੌਸ਼ਲ, ਉਚਿਤ ਗਤੀ ਨਾਲ ਸ਼ੁੱਧ ਵਾਚਨ ਅਤੇ ਸੁਣਨ ਤੇ ਸਮਝਣ ਕੌਸ਼ਲ ਇਹ ਸਾਰੇ ਸ਼ਾਮਲ ਹੋਣੇ ਚਾਹੀਦੇ ਹੈ। ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਐਗਜ਼ਾਮ ਹੈਲਪਰ A to Z ਨੂੰ ਸਬਸਕ੍ਰਾਈਬ ਕਰੋ। ਧੰਨਵਾਦ।